ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਜਗਪ੍ਰੀਤ ਤੇ ਅੱਜ ਅਸੀਂ ਗੱਲ ਕਰਾਂਗੇ ਜੀ ਕਿਸਾਨਾਂ ਬਾਰੇ। ਉਹ ਕਿਸਾਨ ਜਿਹੜੀ ਆਪਦੀ ਰੋਜ਼ੀ ਰੋਟੀ ਨੂੰ ਬਚਾਉਣ ਵਾਸਤੇ ਤੇ ਆਪਦੀ ਹੋਂਦ ਨੂੰ ਬਚਾਉਣ ਵਾਸਤੇ ਦਿੱਲੀ ਦੇ ਬਾਰਡਰਾਂ ਤੇ ਇੰਨੀ ਸਰਦੀ ਵਿੱਚ ਜਾ ਕੇ ਬੈਠੇ ਨੇ। ਉਹ ਕਿਸਾਨ ਜਿਨ੍ਹਾਂ ਨੂੰ ਗੋਦੀ ਮੀਡੀਆ ਕਦੇ ਟੈਰਰਿਸਟ ਤੇ ਕਦੇ ਖਾਲਿਸਤਾਨ ਮੂਵਮੈਂਟ ਆਖ ਦਿੰਦਾ ਹੈ। ਹੁਣ ਤੱਕ ਇਸ ਸੰਘਰਸ਼ 'ਚ 50 ਦੇ ਕਰੀਬ ਕਿਸਾਨ ਨੇ ਜਿਹੜੇ ਸ਼ਹੀਦ ਹੋ ਚੁੱਕੇ ਨੇ ਅਤੇ ਹੋਰ ਪਤਾ ਨਹੀਂ ਕਿੰਨੇ ਕਿੰਨੇ ਹੋਣੇ ਨੇ। ਕਿਉਂ ਮੋਦੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਰੀ। ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਬਿੱਲਸ ਬਾਰੇ ਜਿਹੜੇ ਮੋਦੀ ਸਰਕਾਰ ਲੈ ਕੇ ਆਈ ਹੈ। ਇਹ 3 ਬਿੱਲ 17 ਸਤੰਬਰ 2020 ਨੂੰ ਲੋਕ ਸਭਾ ਵਿੱਚ ਪਾਸ ਕੀਤੇ ਤੇ 20 ਸਤੰਬਰ 2020 ਨੂੰ ਰਾਜ ਸਭਾ ਵਿੱਚ ਪਾਸ ਹੋਏ। ਆਵਾ ਤੇ ਉਦੋਂ ਉਤ ਗਿਆ ਜਦੋਂ ਰਾਮਨਾਥ ਕੋਵਿੰਦ ਪ੍ਰੈਜ਼ੀਡੈਂਟ ਆਫ ਇੰਡੀਆ ਰਾਸ਼ਟਰਪਤੀ ਨੇ 27 ਸਤੰਬਰ 2020 ਨੂੰ ਇਹਨਾਂ ਬਿੱਲਾਂ ਨੂੰ ਸਹਿਮਤੀ ਦੇ ਦਿੱਤੀ ਤੇ ਇਹ ਬਿੱਲ ਨਹੀਂ ਐਕਟ ਬਣ ਗਏ। ਜਿਉਂਦੇ ਰਹਿਣ ਸਾਡੇ ਕਿਸਾਨ ਭਰਾ ਤੇ ਉਹਨਾਂ ਦੇ ਜ਼ਮੀਰਾਂ ਜਿਹੜੇ ਕਿ ਪਿਛਲੇ 3 ਮਹੀਨਿਆਂ ਤੋਂ ਇਹਨਾਂ ਬਿੱਲਾਂ ਦਾ ਵਿਰੋਧ ਕਰ ਰਹੇ ਨੇ। ਤਾਂ ਬਿੱਲ ਹੈ ਕੀ ਨੇ? ਸਭ ਤੋਂ ਪਹਿਲਾਂ ਬਿੱਲ ਆਂਦਾ ਜੀ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਪ੍ਰੋਡਕਸ਼ਨ ਐਂਡ ਫੈਸਿਲਿਟੇਸ਼ਨ ਬਿੱਲ 2020 ਕਿਸਾਨ ਵਪਾਰ ਅਤੇ ਵਣਜ ਉਤਪਾਦਨ ਅਤੇ ਸਹੂਲਤ। ਇਹ ਬਿੱਲ ਆਉਣ ਤੋਂ ਪਹਿਲਾਂ ਕਿਸਾਨ ਆਪਣੀ ਫਸਲ ਨੂੰ 3 ਤਰੀਕੇ ਨਾਲ ਵੇਚ ਸਕਦੇ ਸਨ। ਪਹਿਲਾ ਤਰੀਕਾ ਸੀ ਲੋਕਲ ਮਾਰਕੀਟ, ਕਿਸੇ ਸ਼ੋਪ ਤੇ ਕਿਸੇ ਸ਼ਾਹੂਕਾਰ ਨੂੰ ਜਾਂ ਫਿਰ ਕਿਸੇ ਜਾਣ ਪਛਾਣ ਦੇ ਬੰਦੇ ਨੂੰ ਲਿਮਿਟਡ ਅਮਾਊਂਟ 'ਚ ਫਸਲ ਵੇਚਣੀ। ਇਹ ਲਿਮਿਟਡ ਅਮਾਊਂਟ 50 ਤੋਂ 100 ਕਿਲੋ ਹੋ ਸਕਦੀ ਹੈ, ਪਰ ਜਿੱਥੇ ਗੱਲ ਬਹੁਤ ਕੁਆਂਟਲਾਂ ਦੀ ਆਉਂਦੀ ਹੈ ਉੱਥੇ ਕਿਸਾਨ ਨੂੰ ਇਨਫਰਾਸਟ੍ਰਕਚਰ ਚਾਹੀਦਾ ਹੁੰਦਾ ਹੈ। ਉਸ ਲਈ ਸਰਕਾਰ ਨੇ ਮੰਡੀ ਸਿਸਟਮ ਜਾਂ APMC ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ 1965 'ਚ ਬਣਾਈ ਸੀ, ਜਿਹੜੀ ਕਿ ਹੁਣ ਤੱਕ ਚੱਲਦੀ ਆ ਰਹੀ ਸੀ। ਮੰਡੀ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ, ਕਿਵੇਂ ਉਸ ਨੂੰ ਸਟੋਰ ਕਰਨਾ ਹੈ, ਕਿਵੇਂ ਉਸ ਨੂੰ ਮੇਨਟੇਨ ਕਰਨਾ ਹੈ। ਕਿਸਾਨ ਨੇ ਆਪਦੇ ਟਰਾਂਸਪੋਰਟੇਸ਼ਨ ਦਾ ਖਰਚਾ ਲਾ ਕੇ ਆਪਣੀ ਫਸਲ ਨੂੰ ਉੱਥੇ ਪਹੁੰਚਾਉਣਾ ਹੁੰਦਾ ਹੈ। ਮੰਡੀ ਦੇ ਵਿੱਚ ਕਮਿਸ਼ਨ ਏਜੰਟ ਜਾਂ ਫਿਰ ਦਲਾਲ ਹੁੰਦੇ ਨੇ ਜਿਹੜੇ ਕਿ ਕਿਸਾਨ ਦੀ ਫਸਲ ਨੂੰ ਬੋਲੀ ਲਵਾ ਕੇ ਵੇਚਣ ਤੋਂ ਬਾਅਦ ਆਪਦਾ ਕਮਿਸ਼ਨ ਰੱਖਦੇ ਨੇ। ਇਹ ਕਮਿਸ਼ਨ 6% ਹੁੰਦਾ ਹੈ। ਉਦਾਹਰਨ ਦੇ ਤੌਰ ਤੇ ਜੇ 100 ਰੁਪਏ ਦੀ ਕਣਕ ਵਿਕੀ ਤਾਂ 6 ਰੁਪਏ ਕਮਿਸ਼ਨ ਏਜੰਟ ਦੇ ਤੇ 94 ਰੁਪਏ ਕਿਸਾਨ ਦੇ ਹੁੰਦੇ ਨੇ। ਪਰ ਮੰਡੀ ਸਿਸਟਮ 'ਚ ਵੀ ਬਹੁਤ ਧੋਖਾਧੜੀ ਹੋਣ ਲੱਗ ਪਈ ਸੀ। ਹੌਲੀ ਹੌਲੀ ਮੰਡੀ ਸਿਸਟਮ 'ਚ ਵੀ ਖਾਮੀਆਂ ਆਉਣ ਲੱਗੀਆਂ, ਕਿਉਂਕਿ ਕਿਸਾਨ ਦੀ ਫਸਲ ਲੈਣ ਵਾਲਾ ਵਪਾਰੀ ਅਤੇ ਦਲਾਲ ਆਪਸ 'ਚ ਹੀ ਪਹਿਲਾਂ ਤੋਂ ਹੀ ਰੇਟ ਤੈਅ ਕਰ ਲੈਂਦੇ ਸਨ ਕਿ ਮੈਂ ਇਸ ਰੇਟ ਤੇ ਬੋਲੀ ਲਾਵਾਂਗਾ ਤੇ ਤੂੰ ਇਸ ਰੇਟ ਤੇ ਅੜ ਜਾਣਾ ਹੈ। ਮੰਡੀ 'ਚ ਵੀ ਬਹੁਤ ਧੋਖਾਧੜੀ ਹੋਣ ਲੱਗ ਪਈ ਸੀ। ਮੰਡੀ ਸਿਸਟਮ 'ਚ ਖਾਮੀਆਂ ਨੂੰ ਪਰਖਣ ਤੋਂ ਬਾਅਦ ਸਰਕਾਰ 1966-67 ਦੇ ਵਿੱਚ ਇੱਕ ਸਿਸਟਮ ਲੈ ਕੇ ਆਈ, MSP ਮਿਨੀਮਮ ਸਪੋਰਟ ਪ੍ਰਾਈਸ, ਜਾਂ ਕਹਿ ਸਕਦੇ ਹਾਂ ਫਿਕਸ ਪ੍ਰਾਈਸ। ਜਿਹੜੀ ਫਸਲ MSP ਦੇ ਅੰਡਰ ਹੁੰਦੀ ਹੈ ਉਸ ਦਾ ਪ੍ਰਾਈਸ ਫਿਕਸ ਰਹਿੰਦਾ ਹੈ। ਜਿਹੜੇ ਕਿਸਾਨ ਨੂੰ ਮੰਡੀ ਵਿੱਚ ਆਪਦੀ ਫਸਲ ਦੀ ਸਹੀ ਕੀਮਤ ਨਹੀਂ ਮਿਲਦੀ ਤਾਂ ਉਹ MSP ਦੇ ਰੇਟ ਤੇ ਸਰਕਾਰੀ ਮੰਡੀਆਂ ਜਾ ਕੇ ਆਪਦੀ ਫਸਲ ਨੂੰ MSP ਤੇ ਵੇਚ ਸਕਦਾ ਹੈ। ਸੈਂਟਰਲ ਗਵਰਨਮੈਂਟ ਰਿਪੋਰਟ ਦੇ ਹਿਸਾਬ ਨਾਲ ਸਿਰਫ 6% ਕਿਸਾਨ ਹੀ ਨੇ ਜਿਹੜੇ MSP ਦਾ ਲਾਭ ਉਠਾਉਂਦੇ ਨੇ। ਪਰ ਹੁਣ ਬਿੱਲ ਅਨੁਸਾਰ ਕਿਸਾਨ ਆਪਦੀ ਫਸਲ ਨੂੰ APMC ਮੰਡੀ ਸਿਸਟਮ ਤੋਂ ਬਾਹਰ ਪ੍ਰਾਈਵੇਟ ਕੰਪਨੀਆਂ ਨੂੰ ਆਪਦੀ ਫਸਲ ਵੇਚ ਸਕਦਾ ਹੈ। ਉਸ ਲਈ ਕਿਸਾਨ ਨੂੰ ਕੰਪਨੀ ਨਾਲ ਡੀਲਿੰਗ ਕਰਨੀ ਹੋਏਗੀ। ਪਹਿਲਾਂ ਸਰਕਾਰ ਫਸਲ MSP ਤੇ ਚੱਕਦੀ ਸੀ, ਹੁਣ ਭਾਵੇਂ ਸਾਰੀ ਦੀ ਸਾਰੀ ਫਸਲ ਪ੍ਰਾਈਵੇਟ ਕੰਪਨੀ ਹੀ ਚੱਕ ਲਵੇ। ਜਦੋਂ ਪ੍ਰਾਈਵੇਟ ਕੰਪਨੀਆਂ ਇੰਡੀਆ 'ਚ ਆਈਆਂ ਨੇ ਤਾਂ ਸਰਕਾਰੀ ਕੰਪਨੀਆਂ ਦਾ ਬੇੜਾ ਗਰਕ ਹੋਇਆ। ਜਿਵੇਂ BSNL ਦੇ ਕੰਪੀਟੀਸ਼ਨ 'ਚ ਏਅਰਟੈਲ ਤੇ ਵੋਡਾਫੋਨ ਆਇਆ ਤਾਂ ਬੈਸਟ ਅਲਟਰਨੇਟਿਵ ਦੀ ਥਾਂ ਉਸਨੇ BSNL ਦਾ ਬੇੜਾ ਗਰਕ ਕਰਤਾ। ਐਵੇਂ ਹੀ ਸਰਕਾਰ ਮੰਡੀ ਸਿਸਟਮ ਨੂੰ ਖਤਮ ਕਰਨਾ ਚਾਹੁੰਦੀ ਹੈ। ਇਸ ਬਿੱਲ ਦੇ ਆਉਣ ਤੋਂ ਬਾਅਦ ਸਟੇਟ ਗਵਰਨਮੈਂਟ ਕਿਸੇ ਵੀ ਤਰ੍ਹਾਂ ਦਾ ਟੈਕਸ ਵਿਕਰੀ ਤੇ ਨਹੀਂ ਲੈ ਪਾਵੇਗੀ, ਪਹਿਲਾਂ ਜਿਹੜੀ ਉਹ ਮੰਡੀ ਤੇ ਲੈਂਦੀ ਸੀ। ਦੂਜਾ ਬਿੱਲ ਜੀ ਫਾਰਮਰਸ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਅਗਰੀਮੈਂਟ ਔਨ ਪ੍ਰਾਈਸ ਇੰਸ਼ੋਰੈਂਸ ਐਂਡ ਫਾਰਮਰ ਸਰਵਿਸ ਐਕਟ 2020 ਸਸ਼ਤੀਕਰਨ ਅਤੇ ਸੁਰੱਖਿਆ। ਇਸ ਬਿੱਲ ਵਿੱਚ ਕਿਸਾਨਾਂ ਦੀ ਸੁਰੱਖਿਆ ਲਈ ਪ੍ਰਾਈਵੇਟ ਕੰਪਨੀ ਨਾਲ ਇੱਕ ਕਾਨੂੰਨੀ ਤੌਰ ਤੇ ਅਗਰੀਮੈਂਟ ਹੋਵੇਗੀ, ਜਿਸ ਵਿੱਚ ਫਸਲ ਉਪਜ ਤੋਂ ਪਹਿਲਾਂ ਹੀ ਰੇਟ ਤੈਅ ਹੋਣਗੇ। ਪ੍ਰਾਈਵੇਟ ਕੰਪਨੀ ਕਿਸਾਨਾਂ ਨੂੰ ਦੱਸੇਗੀ ਕਿ ਕਿਹੜੀ ਫਸਲ ਉਹਨਾਂ ਨੂੰ ਚਾਹੀਦੀ ਹੈ ਅਤੇ ਕਦੋਂ। ਕੰਪਨੀ ਪੈਸਟੀਸਾਈਡ, ਫਰਟੀਲਾਈਜ਼ਰ, ਲੈਂਡ ਪ੍ਰੀਪਰੇਸ਼ਨ ਅਤੇ ਸਟੋਰੇਜ ਦੇ ਜਿਹੀਆਂ ਸਹੂਲਤਾਂ ਨਾਲ ਕਿਸਾਨਾਂ ਦੀ ਮਦਦ ਕਰੇਗੀ। ਇਸ ਬਿੱਲ ਵਿੱਚ ਦਿੱਕਤ ਇਹ ਹੈ ਕਿ ਜੇਕਰ ਕੰਪਨੀ ਫਸਲ ਹੋਣ ਤੋਂ ਪਹਿਲਾਂ ਘੱਟ ਜਾ ਕੇ ਬੰਦ ਹੋ ਗਈ ਜਾਂ ਜਿਵੇਂ ਦੀ ਫਸਲ ਕੰਪਨੀ ਚਾਹੁੰਦੀ ਹੈ ਉਸ ਤਰ੍ਹਾਂ ਦੀ ਪ੍ਰੋਡਿਊਸ ਨਾ ਹੋਈ ਤਾਂ ਉਸ ਹਾਲਾਤ ਵਿੱਚ ਸਰਕਾਰ ਨੇ ਕੋਈ ਸੋਲੂਸ਼ਨ ਨਹੀਂ ਦਿੱਤਾ। ਉਦਾਹਰਨ ਦੇ ਤੌਰ ਤੇ ਅਸੀਂ ਆਲੂ ਲਈਏ ਤਾਂ ਕੰਪਨੀ ਨੇ ਕਹਿ ਦਿੱਤਾ ਕਿ ਸਾਨੂੰ ਚਿਪਸ ਵਾਸਤੇ ਆਲੂ ਚਾਹੀਦੇ ਨੇ ਤੇ ਆਲੂਆਂ ਦਾ ਸਾਈਜ਼ ਕੁਝ ਪਾਰਟਿਕੂਲਰਲੀ ਇੰਨੇ ਇੰਚ ਹੋਣਾ ਚਾਹੀਦਾ ਹੈ। ਜੇਕਰ ਉਸ ਤਰ੍ਹਾਂ ਦੇ ਆਲੂ ਪ੍ਰੋਡਿਊਸ ਨਾ ਹੋਏ ਤਾਂ ਕੰਪਨੀ ਬਹੁਤ ਘੱਟ ਰੇਟ ਤੇ ਕਿਸਾਨ ਤੋਂ ਆਲੂ ਚੱਕੇਗੀ। ਕਿਸਾਨ ਕੋਲ ਸਿਰਫ ਇੱਕ ਹੀ ਆਪਸ਼ਨ ਰਹਿ ਜਾਵੇਗੀ, ਕੋਰਟ ਦਾ ਦਰਵਾਜ਼ਾ ਖੜਕਾਉਣ ਦੀ। ਕੋਰਟ ਦੇ ਵਿੱਚ ਇੱਕ ਕੇਸ ਨੂੰ ਕਈ ਸਾਲ ਲੱਗ ਜਾਂਦੇ ਨੇ ਸੋਲਵ ਹੋਣ ਤੇ ਨਾਲ ਹੀ ਕਿਸਾਨ ਦੀ ਐਡੇ ਵੱਡੇ ਬਿਜ਼ਨਸ ਏਜੰਟ ਦੇ ਸਾਹਮਣੇ ਕੋਰਟ ਦੇ ਵਿੱਚ ਕੋਈ ਪਾਵਰ ਨਹੀਂ ਰਹੇਗੀ। ਅੰਬਾਨੀ ਵਰਗੇ ਤੋਂ ਐਡੇ ਵੱਡੇ ਬਿਜ਼ਨਸਮੈਨ ਤੋਂ ਕਿਸਾਨ
ਕੋਰਟ ਦੇ ਵਿੱਚ ਕਿਵੇਂ ਜਿੱਤੇਗਾ। ਦੂਜੀ ਦਿੱਕਤ ਇਸ ਬਿੱਲ ਦੇ ਵਿੱਚ ਇਹ ਰਹੇਗੀ ਕਿ ਪਹਿਲੇ 2-3 ਸਾਲ ਤੱਕ ਕੰਪਨੀ ਵਧੀਆ ਰੇਟ ਤੇ ਕੰਟਰੈਕਟ ਕਰੇਗੀ ਤੇ ਬਾਅਦ ਵਿੱਚ ਜਦੋਂ ਹੌਲੀ-ਹੌਲੀ APMC ਮੰਡੀ ਸਿਸਟਮ ਖਤਮ ਹੋ ਗਿਆ ਤੇ ਫਿਰ ਕੰਪਨੀ ਆਪਣੀ ਮਨਮਰਜ਼ੀ ਕਰੇਗੀ। ਕਿਸਾਨ ਸਰਕਾਰ ਦੇ ਅੱਗੇ ਅਪੀਲ ਕਰਦੇ ਨੇ ਕਿ ਤੁਸੀਂ MSP ਐਡ ਕਰ ਦਿਓ, ਪਰ ਜੇ MSP ਐਡ ਹੋਗੀ ਤਾਂ ਘੁੰਮ ਫਿਰਾ ਕੇ ਗੱਲ ਉੱਥੇ ਹੀ ਆ ਜਾਏਗੀ, ਜੋ ਕਿ ਸਰਕਾਰ ਕਦੇ ਨਹੀਂ ਚਾਹੇਗੀ। ਪਰ ਕਿਸਾਨਾਂ ਦੇ ਇਸ ਤਕੜੇ ਜਜ਼ਬੇ ਨੂੰ ਦੇਖ ਕੇ ਕਿਸਾਨਾਂ ਨੂੰ ਉਹਨਾਂ ਦੀ ਗੱਲ ਮੰਨਣੀ ਹੀ ਪਏਗੀ। ਤੀਸਰਾ ਤੇ ਆਖਰੀ ਬਿੱਲ ਹੈ ਐਸੈਂਸ਼ੀਅਲ ਕਮੋਡਿਟੀ ਅਮੈਂਡਮੈਂਟ ਐਕਟ 2020, ਜ਼ਰੂਰੀ ਵਸਤੂਆਂ ਸੋਧ। ਇਹ ਬਿੱਲ ਸਟੇਟ ਕਰਦਾ ਹੈ ਜਿਹੜੀਆਂ ਰੋਜ਼ ਦੀਆਂ ਖਾਣ ਵਾਲੀਆਂ ਵਸਤਾਂ ਨੇ ਉਹਨਾਂ ਨੂੰ ਕੋਈ ਵੀ ਵਪਾਰੀ ਵੱਡੇ ਪੈਮਾਨੇ ਤੇ ਸਟੋਰ ਨਹੀਂ ਕਰ ਸਕਦਾ ਤੇ ਇਸ ਬਿੱਲ ਦੇ ਵਿੱਚ ਕਣਕ, ਦਾਲ, ਆਲੂ, ਗੰਡੇ ਅਤੇ ਖਾਣ ਯੋਗ ਤੇਲਾਂ ਨੂੰ ਲਿਸਟ ਚੋਂ ਬਾਹਰ ਹੀ ਕੱਢ ਦਿੱਤਾ ਹੈ। ਮਤਲਬ ਕਿ ਕੰਪਨੀ ਕਣਕ, ਦਾਲ, ਆਲੂ, ਗੰਡੇ ਤੇ ਖਾਣ ਵਾਲੇ ਤੇਲਾਂ ਨੂੰ ਜਿੰਨਾ ਮਰਜ਼ੀ ਸਟੋਰ ਕਰ ਸਕਦੀ ਹੈ ਕਿਉਂਕਿ ਇਹ ਵਸਤਾਂ ਉਹਨਾਂ ਨੇ ਆਪਣੇ ਮੈਨੀਫੈਸਟੋ ਚੋਂ ਬਾਹਰ ਹੀ ਕੱਢ ਦਿੱਤੀਆਂ ਨੇ। ਸਰਕਾਰ ਨੇ ਕਣਕ, ਦਾਲ, ਆਲੂ, ਗੰਡੇ ਅਤੇ ਖਾਣ ਵਾਲੇ ਤੇਲਾਂ ਨੂੰ ਜ਼ਰੂਰੀ ਹੀ ਨਹੀਂ ਸਮਝਿਆ। ਕਿਸਾਨਾਂ ਅਤੇ ਹੋਰਾਂ ਲੋਕਾਂ ਨੂੰ ਇਹ ਵਸਤਾਂ ਕੰਪਨੀ ਵੱਲੋਂ ਬਹੁਤ ਮਹਿੰਗੀਆਂ ਮਿਲਣਗੀਆਂ ਕਿਉਂਕਿ ਇਹਨਾਂ ਵਸਤਾਂ ਨੂੰ ਕੰਪਨੀ ਨੇ ਬਹੁਤ ਵੱਡੇ ਪੈਮਾਨੇ ਤੇ ਸਟੋਰ ਕਰ ਲੈਣਾ ਹੈ। ਉਦਾਹਰਨ ਦੇ ਤੌਰ ਤੇ ਪਹਿਲਾਂ ਜਿਹੜੇ ਵਪਾਰੀ ਗੰਡਾ ਸਟੋਰ ਕਰ ਲੈਂਦੇ ਸੀ ਬਹੁਤ ਵੱਡੇ ਪੈਮਾਨੇ ਤੇ ਲੋੜ ਪੈਣ ਤੇ ਉਹੀ ਗੰਡਾ ਮਹਿੰਗੇ ਮੁੱਲ ਵਿੱਚ ਵੇਚਦੇ ਸੀ ਤਾਂ ਮਾਰਕੀਟ ਵਿੱਚ ਗੰਡਾ ਘੱਟ ਹੋ ਜਾਣ ਕਾਰਨ ਸਰਕਾਰ ਉਸ ਨੂੰ ਐਸੈਂਸ਼ੀਅਲ ਕਮੋਡਿਟੀ 'ਚ ਪਾ ਦਿੰਦੀ ਸੀ ਤੇ ਸਰਕਾਰ ਦਾ ਗੰਡੇ ਉੱਤੇ ਕੰਟਰੋਲ ਆ ਜਾਂਦਾ ਸੀ। ਸਰਕਾਰ ਛਾਪੇਮਾਰੀ ਕਰਾ ਕੇ ਗੰਡਾ ਬਾਹਰ ਕੱਢਦੀ ਸੀ ਅਤੇ ਬਣਦੀ ਵਪਾਰੀਆਂ ਤੇ ਕਾਰਵਾਈ ਹੁੰਦੀ ਸੀ। ਪਰ ਇਸ ਬਿੱਲ ਰਾਹੀਂ ਕੰਪਨੀ ਇਹਨਾਂ ਵਸਤਾਂ ਨੂੰ ਜਿੰਨਾ ਮਰਜ਼ੀ ਸਟੋਰ ਕਰ ਸਕਦੀ ਹੈ। ਐਸੈਂਸ਼ੀਅਲ ਕਮੋਡਿਟੀਜ਼ ਦੀ ਇੱਕ ਲਿਸਟ ਹੁੰਦੀ ਹੈ। ਸਰਕਾਰ ਆਪਣੀ ਮਰਜ਼ੀ ਨਾਲ ਕਿਸੇ ਵੀ ਚੀਜ਼ ਨੂੰ ਐਸੈਂਸ਼ੀਅਲ ਜ਼ਰੂਰੀ ਅਤੇ ਨੋਨ ਐਸੈਂਸ਼ੀਅਲ ਨਾ ਜ਼ਰੂਰੀ ਬਣਾਉਂਦੀ ਰਹਿੰਦੀ ਹੈ। ਬਟ ਇਸ ਬਿੱਲ ਦੇ ਵਿੱਚ ਸਟੇਟ ਕੀਤਾ ਗਿਆ ਕਿ ਜਦੋਂ ਦੇਸ਼ ਦੇ ਵਿੱਚ ਅਸਾਧਾਰਨ ਹਾਲਾਤ ਹੋਣਗੇ, ਜਦੋਂ ਦੇਸ਼ ਦੇ ਵਿੱਚ ਕੋਈ ਵੱਡੀ ਜੰਗ ਜਾਂ ਅਕਾਲ ਪਵੇਗਾ ਤਾਂ ਹੀ ਇਹਨਾਂ ਵਸਤਾਂ ਨੂੰ ਐਸੈਂਸ਼ੀਅਲ ਕਮੋਡਿਟੀਜ਼ ਬਣਾਏਗੀ, ਤਾਂ ਹੀ ਕਣਕ, ਦਾਲ, ਆਲੂ ਅਤੇ ਗੰਡੇ ਨੂੰ ਐਸੈਂਸ਼ੀਅਲ ਕਮੋਡਿਟੀਜ਼ ਬਣਾਏਗੀ। ਕੋਈ ਵੀ ਖਾਣ ਵਾਲੀ ਚੀਜ਼ ਜਦੋਂ ਐਸੈਂਸ਼ੀਅਲ ਕਮੋਡਿਟੀਜ਼ ਦੇ ਅੰਡਰ ਹੁੰਦੀ ਹੈ ਤਾਂ ਹੀ ਉਸਦਾ ਰੇਟ ਘੱਟ ਹੁੰਦਾ ਹੈ। ਸਰਕਾਰ ਕਹਿੰਦੀ ਹੈ ਕਿ ਇਹਨਾਂ ਵਸਤਾਂ ਦਾ ਰੇਟ ਸਹੀ ਮਿਲੇਗਾ, ਪਰ ਜਦੋਂ ਦੀਆਂ ਇਹ ਵਸਤਾਂ ਐਸੈਂਸ਼ੀਅਲ ਕਮੋਡਿਟੀਜ਼ ਤੋਂ ਬਾਹਰ ਕੱਢੀਆਂ ਹਨ ਇਹਨਾਂ ਦਾ ਰੇਟ ਬਹੁਤ ਤੇਜ਼ੀ ਨਾਲ ਵਧੇ ਹਨ। ਇਸ ਬਿੱਲ ਰਾਹੀਂ ਸਿੱਧਾ ਹੀ ਵੱਡੇ ਬਿਜ਼ਨਸਮੈਨਸ ਨੂੰ ਫਾਇਦਾ ਹੋਏਗਾ ਅਤੇ ਬਾਅਦ ਵਿੱਚ ਆਪਦੇ ਹਿਸਾਬ ਨਾਲ ਉਹ ਇਹਨਾਂ ਵਸਤਾਂ ਦਾ ਰੇਟ ਤੈਅ ਕਰਨਗੇ। ਜਿਹੜੇ ਗਰੀਬ ਹੋਣਗੇ ਉਹ ਤਾਂ ਜਮੀ ਮਾਰੇ ਜਾਣਗੇ ਤੇ ਕਿਸਾਨ ਜਿਹੜੇ ਹੋਣਗੇ ਉਹ ਆਪਦੇ ਹੀ ਖੇਤਾਂ 'ਚ ਮਜ਼ਦੂਰ ਬਣ ਜਾਣਗੇ। ਡੀਪੂ 'ਚੋਂ ਮਿਲਣ ਵਾਲੀ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਣਕ ਤੁਹਾਨੂੰ 70 ਤੋਂ 80 ਰੁਪਏ ਮਿਲੇ ਕਰੇਗੀ। ਜਿਹੜੀ ਕਣਕ ਤੁਹਾਨੂੰ 20 ਤੋਂ 30 ਰੁਪਏ ਦੇ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਜਾਂਦੀ ਹੈ ਉਹ ਤੁਹਾਨੂੰ ਪ੍ਰਾਈਵੇਟ ਕੰਪਨੀਆਂ 100 ਤੋਂ 120 ਦੇ ਵਿੱਚ ਦੇਣਗੀਆਂ। ਤਾਂ ਇਹ ਤਿੰਨੇ ਬਿੱਲ ਸਿੱਧੇ ਅਤੇ ਸਿੱਧੇ ਤੌਰ ਤੇ ਪੰਜਾਬ ਅਤੇ ਹਰਿਆਣੇ ਦੇ ਵਿੱਚ ਰਹਿ ਰਹੇ ਹਰ ਇੱਕ ਵਿਅਕਤੀ ਨੂੰ ਬਹੁਤ ਵੱਡੇ ਪੈਮਾਨੇ ਤੇ ਨੁਕਸਾਨ ਪਹੁੰਚਾਉਣਗੇ। ਪੰਜਾਬ ਅਤੇ ਹਰਿਆਣਾ ਸਟੇਟ ਖੇਤੀ ਤੇ ਨਿਰਭਰ ਕਰਦੇ ਨੇ। ਪੰਜਾਬ ਤੋਂ 85% ਕਣਕ ਜੀਰੀ ਅਤੇ ਹਰਿਆਣੇ ਤੋਂ 75% ਕਣਕ ਜੀਰੀ ਜਿਹੜੀ ਏ ਸਰਕਾਰ MSP ਤੇ ਹਰ ਸਾਲ ਚੱਕਦੀ ਏ। ਸਰਕਾਰ ਨੂੰ ਸਭ ਪਤਾ ਹੈ ਕਿ ਐਗਰੀਕਲਚਰ ਸੈਕਟਰ 17 ਤੋਂ 18% ਦੇਸ਼ ਦੀ GDP 'ਚ ਕੰਟਰੀਬਿਊਸ਼ਨ ਕਰਦੀ ਏ। ਦੇਸ਼ ਦੀ GDP ਤੱਕ ਭੱਠਾ ਤਾਂ ਅੱਗੇ ਬੈਠਾ ਪਿਆ ਤੇ ਇਹਨਾਂ ਤਿੰਨਾਂ ਬਿੱਲਾਂ ਰਾਹੀਂ ਹੋਰ ਵੀ ਬਹਿ ਜਾਏਗਾ। ਜਿਹੜੇ ਵੀਰ ਭਰਾ ਕਹਿੰਦੇ ਨੇ ਕਿ ਇਹ ਕਿਸਾਨਾਂ ਦੇ ਜ਼ਮੀਨਾਂ ਨੂੰ ਖੋਣਗੇ ਤਾਂ ਇਹ ਤਰੀਕੇ ਨਾਲ ਖੋਣਗੇ। ਕੰਟਰੈਕਟ ਫਾਰਮਿੰਗ ਲਿਆਉਣਗੇ, 2-3 ਸਾਲਾਂ ਤੇ ਵਧੀਆ ਰੇਟ ਤੇ ਡੀਲ ਕਰਨਗੇ। ਜਦੋਂ APMC ਮੰਡੀ 'ਚ ਫਸਲ ਆਉਣੀ ਬੰਦ ਹੋ ਗਈ ਤੇ APMC ਮੰਡੀ ਬੰਦ ਹੋ ਗਈ ਫਿਰ ਕੰਪਨੀ ਆਪਣੀ ਮਨਮਰਜ਼ੀ ਕਰੇਗੀ, ਆਪਣੇ ਹੀ ਰੇਟਾਂ ਤੇ ਕਿਸਾਨ ਦੀ ਫਸਲ ਨੂੰ ਲੈਣਗੇ। ਸਰਕਾਰ MSP ਮਿਨੀਮਮ ਸਪੋਰਟ ਪ੍ਰਾਈਸ ਤੋਂ ਭੱਜਦੀ ਪਈ ਏ। ਜੇਕਰ MSP ਰਹਿੰਦੀ ਤਾਂ ਪ੍ਰਾਈਸ ਦੀ ਅਸ਼ੋਰੈਂਸ ਰਹਿੰਦੀ, ਪਰ ਸਰਕਾਰ ਨੇ ਇਹਨਾਂ ਬਿੱਲਾਂ ਰਾਹੀਂ MSP ਖਤਮ ਹੀ ਕਰ ਦਿੱਤੀ। ਇਹ ਬਿੱਲਸ ਫਰਾਂਸ, ਕੈਨੇਡਾ ਤੇ ਅਮਰੀਕਾ ਜਿਹੇ ਦੇਸ਼ਾਂ 'ਚ ਵੀ ਫੇਲ ਹੋ ਚੁੱਕਾ ਹੈ ਤੇ ਇੰਡੀਆ ਵਰਗੇ ਦੇਸ਼ 'ਚ ਤਾਂ ਕਿੱਥੇ ਚੱਲੇਗਾ। ਜਦੋਂ ਤੱਕ ਕੰਟਰੈਕਟ ਫਾਰਮਿੰਗ ਰਹੇਗੀ ਉਦੋਂ ਤੱਕ ਕਿਸਾਨ ਆਪਦੀ ਜ਼ਮੀਨ ਤੇ ਨਾ ਤਾਂ ਕਰਜ਼ਾ ਲੈ ਸਕਦਾ ਹੈ ਤੇ ਨਾ ਹੀ ਆਪਦੀ ਜ਼ਮੀਨ ਨੂੰ ਗਹਿਣੇ ਪਾ ਸਕਦਾ ਹੈ। ਜਿਸ ਬੰਦੇ ਦਾ ਫਾਰਮਿੰਗ ਨਾਲ ਕੋਈ ਬੈਕਗ੍ਰਾਉਂਡ ਹੀ ਨਹੀਂ ਉਸ ਬੰਦੇ ਨੂੰ ਐਗਰੀਕਲਚਰ ਮਿਨਿਸਟਰ ਬਣਾ ਰੱਖਿਆ। ਜਿਸ ਬੰਦਿਆਂ ਨੂੰ ਇੰਨਾ ਨਹੀਂ ਪਤਾ ਕਿ ਗਾਂ ਦਾ ਦੁੱਧ ਪੀਣਾ ਜਾਂ ਮੂਤ, ਉਹ ਬੰਦੇ ਕਹਿ ਰਹੇ ਨੇ ਕਿ ਇਹ ਕਿਸਾਨਾਂ ਵਾਸਤੇ ਬਹੁਤ ਵਧੀਆ ਨੇ। ਸਭ ਤੋਂ ਜ਼ਿਆਦਾ ਸਰਹੱਦਾਂ ਤੇ ਕਿਸਾਨਾਂ ਦੇ ਪੁੱਤ ਨੇ ਤੇ ਗੋਦੀ ਮੀਡੀਆ ਵਰਗੇ ਕਿਸਾਨਾਂ ਨੂੰ ਹੀ ਟੈਰਰਿਸਟ ਦੱਸ ਰਹੇ ਨੇ। ਸਾਰੇ ਮਿਨਿਸਟਰਾਂ ਦੇ ਪੁੱਤਰ ਨੇ ਜਿਹੜੇ ਆਪਦੇ ਬਾਹਰ ਸੈਟਲ ਨੇ। ਜੇਕਰ ਕਿਸੇ ਨੂੰ ਫੌਜੀ ਬਣਾਇਆ ਹੁੰਦਾ ਤਾਂ ਹੀ ਤਾਂ ਇਹਨਾਂ ਨੂੰ ਦੇਸ਼ ਦੀ ਫਿਕਰ ਹੁੰਦੀ। ਸੋ ਮੈਂ ਇੱਕ ਵਾਰ ਸਰਕਾਰ ਨੂੰ ਅਪੀਲ ਕਰਦਾ ਕਿ ਇਹਨਾਂ ਤਿੰਨਾਂ ਬਿੱਲਾਂ ਨੂੰ ਛੇਤੀ ਤੋਂ ਛੇਤੀ ਵਾਪਸ ਲਓ, ਕਿਉਂਕਿ ਤੁਸੀਂ ਭਾਵੇਂ ਜਿੰਨੇ ਮਰਜ਼ੀ ਪੋਚੇ ਲਾਈ ਜਾਓ ਲੋਕਾਂ ਦਾ ਤੁਹਾਡੇ ਤੋਂ ਵਿਸ਼ਵਾਸ ਉੱਠ ਚੁੱਕਾ ਹੈ। ਸਗੋਂ ਤੁਸੀਂ APMC ਮੰਡੀ ਸਿਸਟਮ ਨੂੰ ਹੀ ਵਧੀਆ ਕਰੋ, ਦਲਾਲਾਂ ਨੂੰ ਸੁਧਾਰੋ ਅਤੇ ਉਹਦਾ ਇਨਫਰਾਸਟ੍ਰਕਚਰ ਵਧੀਆ ਕਰੋ। ਮੈਂ ਸਾਰੇ ਲੋਕਾਂ ਨੂੰ ਅਪੀਲ ਕਰਨਾ ਕਿ ਇਸ ਸੰਘਰਸ਼ 'ਚ ਵੱਧ ਤੋਂ ਵੱਧ ਜੁੜ ਨਹੀਂ ਸਕਦੇ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਯੋਗਦਾਨ ਜ਼ਰੂਰ ਪਾਓ ਤੇ ਗੋਦੀ ਮੀਡੀਆ ਦੀ ਨਾ ਸੁਣੋ, ਕਿਉਂਕਿ ਇਹਨਾਂ ਦਾ ਕੰਮ ਸਿਰਫ ਸਟੂਡੀਓ 'ਚ ਬਹਿ ਕੇ ਭੌਂਕਣਾ ਹੀ ਹੁੰਦਾ ਹੈ। ਜਿਵੇਂ ਇਹਨਾਂ ਦਾ ਮਾਲਕ ਮੋਦੀ ਕਹੇਗਾ ਉਵੇਂ ਇਹ ਭੌਂਕਦੇ ਰਹਿਣਗੇ। ਪੀਸਫੁਲ ਪ੍ਰੋਟੈਸਟ ਹਮੇਸ਼ਾ ਹੀ ਜਿੱਤਦੇ ਹੁੰਦੇ ਨੇ ਤੇ ਅਸੀਂ ਇਹ ਸੰਘਰਸ਼ ਜ਼ਰੂਰ ਜਿੱਤਾਂਗੇ। जय जवान जय किसान। राम ना करे मेरे देश को कभी भी ऐसा नेता मिले।
भी डूबे जनता को भी ले डूबे, जनता को भी ले डूबे। वोट लिया और खिसक गया, जब कुर्सी से चिपक गया तो फिर उसके बाद